ਸਤਿ ਸ਼੍ਰੀ ਅਕਾਲ ਜੀ। ਮੈਂ ਲਵਪ੍ਰੀਤ ਕੌਰ ਹਾਜ਼ਰ ਹਾਂ ਜੀ ਗੁਰਮੇਜਰ ਸਿੰਘ ਦੁਆਰਾ ਲਿਖੀ ਗਈ ਕਹਾਣੀ ਦਾ ਭਾਗ ਤੀਜਾ ਲੈ ਕੇ। ਪਿਛਲੇ ਭਾਗ ਵਿੱਚ ਤੁਸੀਂ ਸੁਣਿਆ ਕਿ ਰੁਲਦੂ ਆਪਣੇ ਭਾਪੇ ਨੂੰ ਲੀਵਰ ਚੌਂਕ ਵਿੱਚੋਂ ਨਾਲ ਲੈ ਕੇ ਆਪਣੇ ਘਰ ਵਿੱਚ ਉਸ ਦਾ ਆਪਣਾ ਹੱਕ ਦਿਵਾਉਣ ਲਈ ਵਾਪਸ ਲੈ ਕੇ ਆਉਂਦਾ ਹੈ। ਆਓ ਹੁਣ ਆਪਾਂ ਅੱਗੇ ਜਾਣਦੇ ਹਾਂ। ਲੱਖੋ, ਕਿਹੜੇ ਹੱਕ ਦੀ ਗੱਲ ਕਰਦਾ ਓਏ? ਟੁੱਟ ਪੈਣਿਆ, ਨਾਲੇ ਇਹ ਕਾਰ ਕਿਸ ਦੀ ਚੋਰੀ ਕਰਕੇ ਲੈ ਆਇਆ? ਹੁਣ ਲੋਕਾਂ ਦੀਆਂ ਕੁੜੀਆਂ ਤਾਂ ਛੇੜਦਾ ਹੀ ਸੀ, ਹੁਣ ਚੋਰੀ ਦਾ ਕਾਰੋਬਾਰ ਵੀ ਸ਼ੁਰੂ ਕਰਤਾ ਤੂੰ? ਰੁਲਦੂ, ਬਚਪਨ ਵਿੱਚ ਇੱਕ ਗੱਲ ਨੂੰ ਬਹੁਤ ਬੋਲਦੇ ਹੁੰਦੇ ਸੀ ਕਿ ਜਿਹੜਾ ਜਿਹੋ ਜਿਹਾ ਹੁੰਦਾ ਉਸਨੂੰ ਦੂਜਾ ਵੀ ਉਹੋ ਜਿਹਾ ਹੀ ਲੱਗਦਾ। ਮੇਰੇ ਕਹਿਣ ਦਾ ਸਿੱਧਾ ਸਿੱਧਾ ਮਤਲਬ ਇਹ ਹੈ ਕਿ ਤੁਸੀਂ ਸਾਰੇ ਚੋਰ ਹੋ। ਤੁਸੀਂ ਚਾਰਾਂ ਪੰਜਾਂ ਨੇ ਮਿਲ ਕੇ ਮੇਰੇ ਪਾਪੇ ਦੀ ਹੁਣ ਤੱਕ ਦੀ ਕਮਾਈ ਚੋਰੀ ਕੀਤੀ ਹੈ। ਤੇਰੀ ਹਰ ਖਵਾਇਸ਼ ਪੂਰੀ ਕਰਦਾ ਰਿਹਾ ਪਾਪਾ, ਆਪ ਘਾਟੇ ਪਾ ਕੇ ਤੈਨੂੰ ਤੇ ਤੇਰੀ ਉਸ ਅਕਿਰਤਕਨ ਔਲਾਦ ਨੂੰ ਰੰਗਲੇ ਸਵਾਉਂਦਾ ਰਿਹਾ। ਆਪਣਾ ਮਾਸ ਤੱਕ ਉਸਨੇ ਤੁਹਾਨੂੰ ਖਵਾ ਦਿੱਤਾ। ਹੁਣ ਜਦੋਂ ਉਸ ਕੋਲ ਮਾਸ ਮੁੱਕ ਗਿਆ ਤੇ ਹੱਡੀਆਂ ਰਹਿ ਗਈਆਂ ਤਾਂ ਉਸਨੂੰ ਪਾਸੇ ਸੁੱਟਦੇ ਹੋ। ਉਹ ਸ਼ਰਮ ਕਰੋ, ਥੋੜ੍ਹੀ ਸ਼ਰਮ। ਉਸ ਰੱਬ ਨੂੰ ਕੀ ਮੂੰਹ ਦਿਖਾਓਗੇ? ਲੱਖੋ, ਚੁੱਪ ਕਰ ਓਏ ਕੀੜੇ ਪੈਣਿਆ, ਜੋ ਮੂੰਹ 'ਚ ਆਉਂਦਾ ਭੌਂਕੀ ਜਾਨਾ। ਰੁਲਦੂ, ਜਿੰਦਰੇ ਤਾਂ ਹੁਣ ਤੁਹਾਡੀਆਂ ਜਵਾਨਾਂ 'ਤੇ ਲਗਾਊਂਗਾ ਮੈਂ, ਤੇ ਐਸੇ ਜਿੰਦਰੇ ਲਗਾਊਂਗਾ ਕਿ ਰੋਣ ਲਈ ਵੀ ਮੂੰਹ ਨਹੀਂ ਖੁੱਲ੍ਹਣੇ। ਲੱਖੋ, ਤੈਨੂੰ ਕੀ ਲੱਗਦਾ ਕਿ ਜੇ ਤੇਰੇ ਕੋਲ ਕਾਰ ਆ ਗਈ ਤਾਂ ਤੂੰ ਇਹ ਘਰ ਵੀ ਖਰੀਦ ਲਵੇਂਗਾ? ਰੁਲਦੂ, ਖਰੀਦਣਾ ਤਾਂ ਕਿਸਨੇ ਆ, ਮੈਂ ਤਾਂ ਖੋਹਣ ਆਇਆ। ਲੱਖੋ, ਯਾਦ ਹੈ ਨਾ ਕਿਵੇਂ ਤੈਨੂੰ ਮੈਂ ਇਸ ਘਰੋਂ ਜਲੀਲ ਕਰਕੇ ਕੱਢਿਆ ਸੀ? ਰੁਲਦੂ, ਸਭ ਯਾਦ ਹੈ। ਇਸੇ ਕਰਕੇ ਤਾਂ ਮੈਂ ਅੱਜ ਤੈਨੂੰ ਮਾਤਾ ਨਹੀਂ ਕਿਹਾ, ਲਾਲਚੀ ਔਰਤ, ਜਿਸ ਦਾ ਪੱਲੜਾ ਭਾਰੀ ਤੂੰ ਉਸ ਕੰਨੀ ਹੋ ਜਾਨੀ ਹੈ। ਜਦੋਂ ਘਰ ਵਿੱਚ ਕਮਾਉਣ ਵਾਲਾ ਸਿਰਫ ਪਾਪਾ ਸੀ, ਉਦੋਂ ਤਾਂ ਤੂੰ ਪਾਪੇ ਨੂੰ ਮੰਜੇ 'ਤੇ ਬੈਠੇ ਬਿਠਾਏ ਨੂੰ ਤੱਤੀਆਂ ਤੱਤੀਆਂ ਖਵਾਉਂਦੀ ਸੀ, ਤੇ ਹੁਣ ਜਦੋਂ ਤੇਰੀ ਔਲਾਦ ਉਸਨੇ ਚੰਗਾ ਕਮਾਉਣ ਜੋਗੀ ਕਰਤੀ ਤਾਂ ਉਸਨੂੰ ਉਹਨਾਂ ਦੀ ਸੁਣਨ ਲੱਗ ਪਈ, ਤੇ ਪਾਪਾ ਹੁਣ ਸੁੱਕੀਆਂ ਰੋਟੀਆਂ ਵੀ ਟੋਲ ਟੋਲ ਕੇ ਖਾਂਦਾ। ਲੱਖੋ, ਤੈਨੂੰ ਕੌਣ ਕਹਿੰਦਾ? ਰੁਲਦੂ, ਮੈਨੂੰ ਪਾਪੇ ਨੇ ਆਪ ਸਭ ਦੱਸਿਆ। ਇੰਨੇ ਨੂੰ ਰੁਲਦੂ ਦੇ ਤਿੰਨੋਂ ਵੱਡੇ ਭਰਾ ਵੀ ਰੌਲਾ ਸੁਣ ਕੇ ਆਪਣੀਆਂ ਘਰਵਾਲੀਆਂ ਸਣੇ ਘਰ 'ਚੋਂ ਬਾਹਰ ਆ ਗਏ। ਘਰ ਦੇ ਬਾਹਰ ਲੋਕ ਤਮਾਸ਼ਾ ਦੇਖਣ ਲਈ ਇਕੱਠੇ ਹੋਣੇ ਸ਼ੁਰੂ ਹੋ ਗਏ। ਲੱਖੋ ਨੇ ਰੁਲਦੂ ਨੂੰ ਪੁੱਛਿਆ, ਤੈਨੂੰ ਕਿੱਥੇ ਮਿਲਿਆ ਉਹ? ਰੁਲਦੂ, ਜਿੱਥੇ ਉਸਨੂੰ ਇਸ ਉਮਰੇ ਨਹੀਂ ਹੋਣਾ ਚਾਹੀਦਾ ਸੀ, ਪਰ ਤੁਹਾਡੀ ਮਰੀ ਹੋਈ ਜ਼ਮੀਨ ਕਾਰਨ ਉਸਨੂੰ ਇਸ ਉਮਰ 'ਚ ਵੀ ਲੀਵਰ ਚੌਂਕ 'ਤੇ ਜਾ ਕੇ ਬਹਿਣਾ ਪੈਂਦਾ, ਤਾਂ ਕਿ ਕੋਈ ਉਸਨੂੰ ਕੰਮ 'ਤੇ ਲੈ ਜਾਵੇ ਤੇ ਰਾਤ ਨੂੰ ਉਸਨੂੰ ਭੁੱਖਾ ਨਾ ਸੌਣਾ ਪਵੇ। ਇੰਨੇ ਪਾਪ ਵੀ ਇਕੱਠੇ ਨਾ ਕਰੋ ਕਿ ਧੋਣ ਗਿਆ ਨੂੰ ਗੰਗਾ ਵੀ ਖਿੱਚ ਕੇ ਆਪਣੇ 'ਚੋਂ ਬਾਹਰ ਵਗਾ ਮਾਰੇ। ਲੱਖੀ ਥੋੜ੍ਹਾ ਜਿਹਾ ਅੱਗੇ ਹੋ ਕੇ ਬੋਲਿਆ, ਬੰਦ ਕਰ ਓਏ ਬਕਵਾਸ, ਘੰਟਾ ਹੋ ਗਿਆ ਤੈਨੂੰ ਭੌਂਕਦੀ ਨੂੰ। ਰੁਲਦੂ, ਚੁੱਪ ਕਰ ਓਏ ਖਾਨਾ ਖਰਾਬਾ, ਨਹੀਂ ਤਾਂ ਤੁਹਾਡੇ ਸਾਰਿਆਂ 'ਤੇ ਐਸਾ ਕੇਸ ਠੋਕੂੰ ਕਿ ਸਾਰੀ ਜ਼ਿੰਦਗੀ ਸੂਰਜ ਦੇਖਣ ਨੂੰ ਵੀ ਤਰਸੋਂਗੇ। ਲੱਖੀ, ਬੋਲਦਾ ਕਿਵੇਂ ਆ ਓਏ ਤੂੰ? ਰੁਲਦੂ, ਕੀ ਖੱਟਿਆ ਤੂੰ ਇੰਨਾ ਪੜ੍ਹ ਕੇ, ਜਦ ਤੈਨੂੰ ਇਹ ਨਹੀਂ ਪਤਾ ਕਿ ਗਿਵ ਰਿਸਪੈਕਟ ਐਂਡ ਟੇਕ ਰਿਸਪੈਕਟ। ਲੱਖੀ, ਛੋਟਾ ਬਣ ਕੇ ਰਹਿ। ਰੁਲਦੂ, ਤੂੰ ਵੱਡਿਆਂ ਵਾਲੇ ਕਿਹੜੇ ਕੰਮ ਕਰ ਦਿੱਤੇ ਗਿਣਾਈ ਜਰਾ? ਤੁਹਾਡੇ ਸਾਰਿਆਂ ਤੋਂ ਮਿਲ ਕੇ ਇੱਕ ਬਾਪ ਨਹੀਂ ਸਾਂਭਿਆ ਗਿਆ, ਮੈਨੂੰ ਮੱਤਾਂ ਦਿੰਦਾ ਫਿਰਦਾ। ਲੱਖੀ, ਦੇਵਾਂ ਤੈਨੂੰ ਧਨੇਸੜੀ? ਰੁਲਦੂ ਨੂੰ ਧਨੇਸੜੀ ਦੇਣ ਲਈ ਐਡਾ ਜਿਗਰਾ ਵੀ ਚਾਹੀਦਾ। ਉਸ ਦਿਨ ਤਾਂ ਰਾਣੀ ਦੇ ਭਰਾ ਮੈਨੂੰ ਅਣਜਾਣ ਪੁਣੇ 'ਚ ਕੁੱਟ ਗਏ, ਨਾਲੇ ਉਸ ਦਿਨ ਮੇਰਾ ਲੜਨ ਦਾ ਬਿਲਕੁਲ ਮੂਡ ਨਹੀਂ ਸੀ। ਅੱਜ ਤਾਂ ਪਾਪੇ ਦੇ ਹਾਲਾਤ ਦੇਖ ਕੇ ਤੁਹਾਡੇ ਸਾਰਿਆਂ ਪ੍ਰਤੀ ਇੰਨਾ ਗੁੱਸਾ ਕਿ ਤੁਹਾਡੇ 'ਚੋਂ ਜਿਹੜਾ ਵੀ ਮੇਰੇ ਨੇੜੇ ਆਇਆ ਸਭ ਤਾਂ ਵਾਪਸ ਨਹੀਂ ਜਾਵੇਗਾ। ਪੋਲਾ ਅੱਗੇ ਆ ਕੇ ਰੁਲਦੂ ਨੂੰ ਬੋਲਿਆ, ਦਫਾ ਹੋ ਜਾ ਓਏ ਇੱਥੋਂ, ਇਹ ਸਾਡਾ ਘਰ ਆ, ਤੈਨੂੰ ਵੈਸੇ ਵੀ ਘਰੋਂ ਬੇਦਖਲ ਕੀਤਾ ਹੋਇਆ। ਰੁਲਦੂ, ਨਾ ਤਾਂ ਇਹ ਘਰ ਤੁਹਾਡਾ ਏ ਤੇ ਨਾ ਮੇਰਾ। ਇਸ ਘਰ 'ਚੋਂ ਬੇਦਖਲ ਹੋਣ ਦਾ ਕੋਈ ਸਬੂਤ ਹੈ? ਕਿਉਂਕਿ ਇਹ ਘਰ ਪਾਪੇ ਦੇ ਨਾਮ ਆ ਤੇ ਮੇਰੇ ਇਸ ਘਰ 'ਚੋਂ ਬੇਦਖਲ ਹੋਣ ਦਾ ਕਿਸੇ ਕਾਗਜ਼ ਵਿੱਚ ਕੋਈ ਵੇਰਵਾ ਨਹੀਂ। ਲੱਖੀ, ਤੈਨੂੰ ਕਿਵੇਂ ਪਤਾ ਓਏ ਕਿ ਇਹ ਘਰ ਹਲੇ ਵੀ ਪਾਪੇ ਦੇ ਨਾਮ ਆ? ਰੁਲਦੂ, ਕਿਉਂਕਿ ਤੁਸੀਂ ਤਿੰਨੋਂ ਅਗਲੀ ਕਲਾਸ ਤੱਕ ਦਾ ਸਫ਼ਰ ਤੈਅ ਕਰਨ ਲਈ ਪੜ੍ਹਦੇ ਸੀ ਤੇ ਮੈਂ ਹਰ ਰੋਜ਼ ਕੁਝ ਨਾ ਕੁਝ ਨਵਾਂ ਸਿੱਖਣ ਲਈ ਪੜ੍ਹਦਾ ਸੀ। ਇਸ ਕਰਕੇ ਤੁਹਾਡੀ ਅਕਲ 'ਤੇ ਇੰਨਾ ਕੁ ਤਾਂ ਭਰੋਸਾ ਮੈਨੂੰ ਕਿ ਤੁਸੀਂ ਹਲੇ ਕੋਰੇ ਹੀ ਘਰ 'ਤੇ ਆਪਣਾ ਹੱਕ ਜਤਾ ਰਹੇ ਹੋ। ਦੂਜੇ ਪਾਸਿਓਂ ਕਾਰ ਦੀ ਬਾਰੀ ਖੁੱਲ੍ਹੀ, ਸਾਧੂ ਸਿੰਘ ਬਾਹਰ ਨਿਕਲਿਆ। ਸਭ ਦੀਆਂ ਨਜ਼ਰਾਂ ਸਾਧੂ ਸਿੰਘ ਵੱਲ ਹੋ ਗਈਆਂ। ਉਸਨੇ ਕਿਹਾ, ਜਿਨ੍ਹਾਂ ਨੂੰ ਮੈਂ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਲੁਟਾ ਛੱਡੀ, ਉਹ ਤਾਂ ਮੇਰੇ ਤੋਂ ਨਮਕ ਦੀ ਵੀ ਕੀਮਤ ਮੰਗਦੇ ਨੇ, ਤੇ ਜਿਸ ਨੂੰ ਮੈਂ ਪੜ੍ਹਾਉਣ ਤੋਂ ਵੀ ਹੱਥ ਖੜ੍ਹੇ ਕਰਤੇ ਸੀ, ਉਹ ਮੇਰੇ ਹੱਕ ਦੀ ਜੰਗ ਮੂਹਰੇ ਹੋ ਕੇ ਲੜ ਰਿਹਾ। ਰੁਲਦੂ ਨੇ ਸਾਧੂ ਸਿੰਘ ਦੇ ਹੱਥ ਚੁੰਮਦੇ ਹੋਏ ਕਿਹਾ,
ਫਿਕਰ ਨਾ ਕਰ ਪਾਪੇ, ਹੁਣ ਤੋਂ ਤੈਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ। ਆਪਣੇ ਨਾਲ ਜੱਜ ਆ, ਇਹਨਾਂ ਦਾ ਭਾਂਡਾ ਟਿੰਡਾ ਤਾਂ ਘਰ 'ਚੋਂ ਅੱਜ ਚੁੱਕਿਆ ਲੈ। ਓਏ ਤੈਨੂੰ ਕੋਈ ਮੁਨਸੀ ਆਪਣੇ ਘਰ ਭਾਂਡੇ ਮਾਂਜਣ ਲਈ ਨਾ ਰੱਖੇ, ਲੱਗਦਾ ਜੱਜ ਦਾ। ਪੋਲੇ ਨੇ ਰੁਲਦੂ ਨੂੰ ਆਖਿਆ। ਰੁਲਦੂ ਨੇ ਕਿਹਾ, ਜੱਜ ਦਾ ਡਰਾਈਵਰ ਆ ਮੈਂ, ਮੈਨੂੰ ਉਹ ਆਪਣੇ ਪਰਿਵਾਰਿਕ ਮੈਂਬਰ ਵਾਂਗ ਸਮਝਦਾ। ਲੋਕ ਮੇਰੇ ਕੋਲ ਸਿਫਾਰਸ਼ਾਂ ਲੈ ਕੇ ਆਉਂਦੇ ਨੇ, ਇੱਕ ਵਾਰ ਕਹਿਣ ਦੀ ਦੇਰ ਆ ਜੱਜ ਨੂੰ, ਬਸ ਫਿਰ। ਜੱਜ ਦੀ ਗੱਲ ਸੁਣ ਕੇ ਲੱਖੋ ਦੇ ਮਨ ਵਿੱਚ ਡਰ ਪੈਦਾ ਹੋ ਗਿਆ। ਉਹ ਰੁਲਦੂ ਸਾਹਮਣੇ ਚੰਗੀ ਬਣਨ ਲੱਗ ਪਈ। ਰੁਲਦੂ ਨੂੰ ਬਨੌਟੀ ਜਿਹਾ ਪਿਆਰ ਜਤਾ ਕੇ ਕਹਿੰਦੀ, ਪੁੱਤ ਤੈਨੂੰ ਭੁੱਖ ਲੱਗੀ ਹੋਣੀ ਆ, ਚੱਲ ਆ ਜਾ, ਅੱਜ ਤੈਨੂੰ ਕੜੀ ਚੌਲ ਬਣਾ ਕੇ ਖਵਾਉਂਦੀ ਹਾਂ। ਰੁਲਦੂ ਨੇ ਕਿਹਾ, ਜਦੋਂ ਕੜੀ ਚੌਲ ਮੰਗੇ ਸੀ ਉਦੋਂ ਤਾਂ ਤੂੰ ਮੈਨੂੰ ਸ਼ਾਹੀ ਪਨੀਰ ਖਵਾਉਣ ਨੂੰ ਫਿਰਦੀ ਸੀ। ਕੋਈ ਨਾ, ਹੁਣ ਤੁਹਾਡੇ ਜਾਣ ਮਗਰੋਂ ਮੈਂ ਤੇ ਪਾਪਾ ਸ਼ਾਹੀ ਪਨੀਰ ਹੀ ਖਾਵਾਂਗੇ। ਲੱਖੋ ਫਿਰ ਨਕਲੀ ਜਿਹਾ ਰੋਣ ਹੱਕਾ ਮੂੰਹ ਬਣਾ ਕੇ, ਬੇਪੁੱਤ ਮੈਥੋਂ ਗਲਤੀ ਹੋ ਗਈ, ਮੈਨੂੰ ਮਾਫ਼ ਕਰ ਦੇ। ਰੁਲਦੂ ਸਭ ਜਾਣਦਾ ਸੀ। ਉਸਨੇ ਕਿਹਾ, ਕੋਈ ਨਾ, ਗਲਤੀਆਂ ਸਭ ਤੋਂ ਹੋ ਜਾਂਦੀਆਂ ਨੇ, ਮੇਰੇ ਤੋਂ ਵੀ ਹੋਈ ਸੀ ਜੋ ਪਾਪੇ ਨੂੰ ਤੁਹਾਡੇ ਨੰਗਾਂ ਦੇ ਸਹਾਰੇ ਛੱਡ ਗਿਆ ਸੀ। ਪਰ ਹੁਣ ਗਲਤੀ ਦਾ ਅਹਿਸਾਸ ਹੋ ਗਿਆ ਤੇ ਹੁਣ ਮੈਂ ਤੁਹਾਡੇ 'ਤੇ ਤਰਸ ਖਾ ਕੇ ਇੱਕ ਹੋਰ ਗਲਤੀ ਨਹੀਂ ਕਰਨਾ ਚਾਹੁੰਦਾ। ਸੁੱਖੀ ਸਾਂਦੀ ਇਹ ਘਰ ਛੱਡ ਕੇ ਚਲੇ ਜਾਓ, ਨਹੀਂ ਤਾਂ ਤੁਹਾਨੂੰ ਕੋਰਟ ਕਚਹਿਰੀਆਂ ਦੇ ਚੱਕਰ ਲਾਉਣੇ ਪੈਣਗੇ। ਨਤੀਜਾ ਫਿਰ ਵੀ ਇਹੋ ਨਿਕਲਣਾ। ਲੱਖੋ ਹੰਝੂ ਕੀਰਦੀ ਹੋਈ, ਵੇ ਪੁੱਤ ਅਸੀਂ ਕਿੱਥੇ ਜਾਵਾਂਗੇ। ਰੁਲਦੂ, ਕਾਸ਼ ਮੈਨੂੰ ਘਰੋਂ ਕੱਢਣ ਲੱਗੀ ਨੇ ਉਦੋਂ ਤੈਂ ਵੀ ਇਹ ਸੋਚਿਆ ਹੁੰਦਾ, ਤੁਹਾਨੂੰ ਭਾਵੇਂ ਸੜਕਾਂ 'ਤੇ ਸੌਣਾ ਪਵੇ ਪਰ ਦੁਬਾਰਾ ਤੁਹਾਡਾ ਇਸ ਵਿਹੜੇ 'ਚ ਪੈਰ ਨਾ ਪਵੇ। ਲੱਖੀ ਨੇ ਕਿਹਾ, ਓਏ ਅਸੀਂ ਤੇਰੀ ਨਹੀਂ ਪਾਪੇ ਦੀ ਮੰਨਾਂਗੇ। ਰੁਲਦੂ, ਚੱਲ ਤੇਰੀ ਇਹ ਵੀ ਇੱਛਾ ਪੂਰੀ ਕਰ ਦਿੰਦੇ ਹਾਂ। ਸਾਧੂ ਸਿੰਘ ਵੱਲ ਮੂੰਹ ਕਰਕੇ, ਚੱਲ ਪਾਪੇ ਤੂੰ ਆਪਣੇ ਮੂੰਹੋਂ ਫੈਸਲਾ ਸੁਣਾ ਦੇ, ਮੇਰੇ ਕਹੇ ਤੇ ਇਹਨਾਂ ਨੂੰ ਭਰੋਸਾ ਨਹੀਂ। ਸਾਧੂ ਸਿੰਘ ਨੇ ਕਿਹਾ, ਪੁੱਤ ਰੁਲਦੂ, ਇਹ ਇਸ ਘਰ 'ਚੋਂ ਨਹੀਂ ਜਾਣਗੇ। ਰੁਲਦੂ ਤੇ ਉੱਥੇ ਖੜੇ ਲੋਕ ਸਾਧੂ ਸਿੰਘ ਦੇ ਮੂੰਹੋਂ ਨਿਕਲੇ ਸ਼ਬਦ ਸੁਣ ਕੇ ਹੈਰਾਨ ਰਹਿ ਗਏ। ਰੁਲਦੂ ਨੇ ਸਾਧੂ ਸਿੰਘ ਨੂੰ ਪੁੱਛਿਆ, ਪਾਪੇ ਇਹ ਤੂੰ ਕੀ ਕਹਿ ਰਿਹਾ? ਮੇਰੇ ਕਹਿਣ ਦਾ ਮਤਲਬ ਕਿ ਇਹ ਇਸ ਘਰ 'ਚੋਂ ਨਹੀਂ, ਸਾਡੇ ਦਿਲਾਂ 'ਚੋਂ ਵੀ ਜਾਣਗੇ। ਇਹਨਾਂ ਨਾਲ ਮੈਂ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ। ਇਸ ਉਮੀਦ ਨਾਲ ਮੈਂ ਇਹਨਾਂ ਲਈ ਧੁੱਪ, ਸਰਦੀ, ਬਰਸਾਤ ਆਪਣੇ ਪਿੰਡੇ 'ਤੇ ਹੰਢਾਉਂਦਾ ਰਿਹਾ ਕਿ ਜਦੋਂ ਮੈਨੂੰ ਲੋੜ ਪਊਗੀ ਤਾਂ ਇਹ ਮੇਰਾ ਸਹਾਰਾ ਬਣਨਗੇ। ਪਰ ਮੈਂ ਗਲਤ ਸੀ। ਇਹਨਾਂ 'ਤੇ ਪੈਸੇ ਲਗਾ ਕੇ ਤਾਂ ਮੈਂ ਖੂਹ ਵਿੱਚ ਹੀ ਸੁੱਟੇ ਨੇ। ਇਸ ਤੋਂ ਚੰਗਾ ਤਾਂ ਮੈਂ ਇਹਨਾਂ ਨੂੰ ਅਨਪੜ੍ਹ ਹੀ ਰੱਖਦਾ। ਕਿਉਂ ਮੈਂ ਆਪ ਰੋਟੀ ਘੱਟ ਖਾ ਕੇ ਇਹਨਾਂ ਲਈ ਅੰਨ ਬਚਾਉਂਦਾ ਰਿਹਾ ਤੇ ਕਿਉਂ ਇਹਨਾਂ ਨੂੰ ਪੜ੍ਹਾਉਣ ਲਈ, ਇਹਨਾਂ ਦਾ ਭਵਿੱਖ ਬਣਾਉਣ ਲਈ ਆਪਣੀਆਂ ਛੋਟੀਆਂ-ਛੋਟੀਆਂ ਇੱਛਾਵਾਂ ਨੂੰ ਆਪਣੇ ਅੰਦਰ ਹੀ ਦਫਨ ਕਰਦਾ ਰਿਹਾ। ਜੇ ਪੜ੍ਹ ਲਿਖ ਕੇ ਨਿਆਣਿਆਂ ਦੀ ਮੱਤ ਇੰਨੀ ਮਰ ਜਾਂਦੀ ਆ ਕਿ ਉਹ ਆਪਣੇ ਮਾਂ ਪਿਓ ਨੂੰ ਘਰੋਂ ਕੱਢਣ ਤੱਕ ਵੀ ਤਿਆਰ ਹੋ ਜਾਂਦੇ ਨੇ ਤਾਂ ਬੰਦ ਹੋ ਜਾਣ ਵੱਡੇ ਕਾਲਜ ਤੇ ਸਕੂਲ। ਲੋਕੋ ਮੈਂ ਤੁਹਾਡੇ ਅੱਗੇ ਹੱਥ ਜੋੜਦਾ, ਨਾ ਪੜ੍ਹਾਇਓ ਬੱਚਿਆਂ ਨੂੰ ਬਹੁਤਾ, ਇਹ ਪੜ੍ਹ ਲਿਖ ਕੇ ਵਿਗੜ ਜਾਂਦੇ ਨੇ। ਪਿਛਲੇ ਕਈ ਦਿਨਾਂ ਤੋਂ ਜੋ ਦੁੱਖ ਮੈਂ ਸਹੇ ਨੇ ਉਹ ਜੇ ਤੁਸੀਂ ਨਹੀਂ ਸਹਿਣਾ ਚਾਹੁੰਦੇ ਤਾਂ ਬੱਚਿਆਂ ਨੂੰ ਪੜ੍ਹਨੋਂ ਹਟਾ ਲਓ। ਇਹ ਕਹਿੰਦਾ ਹੋਇਆ ਸਾਧੂ ਸਿੰਘ ਰੁਲਦੂ ਤੇ ਮੋਢੇ ਤੇ ਸਿਰ ਰੱਖ ਕੇ ਰੋਣ ਲੱਗ ਪਿਆ। ਰੁਲਦੂ ਨੇ ਕਿਹਾ, ਪਾਪੇ ਦੋਸ਼ ਪੜ੍ਹਾਈ ਦਾ ਨਹੀਂ, ਕਿਤਾਬਾਂ ਨਹੀਂ ਕਹਿੰਦੀਆਂ ਕਿ ਤੁਸੀਂ ਮਾਂ ਪਿਓ ਨੂੰ ਆਪਣੇ ਗਿਆਨ ਅੱਗੇ ਛੋਟਾ ਸਮਝੋ ਤੇ ਆਪਣੇ ਤੋਂ ਘੱਟ ਪੜ੍ਹੇ ਲਿਖੇ ਨਾਲ ਜਾਂ ਅਨਪੜ੍ਹ ਬੰਦੇ ਨਾਲ ਨਫ਼ਰਤ ਕਰੋ। ਇਹ ਤਾਂ ਕੁਝ ਘਟੀਆ ਕਿਸਮ ਦੇ ਲੋਕਾਂ ਦੀ ਸੋਚ ਆ ਕਿ ਅਸੀਂ ਪੜ੍ਹੇ ਲਿਖੇ ਹਾਂ ਤੇ ਸਾਡੇ ਅੱਗੇ ਅਨਪੜ੍ਹ ਬੰਦਾ ਕੁਝ ਵੀ ਨਹੀਂ। ਕੁਝ ਬੱਚੇ ਪੜ੍ਹ ਲਿਖ ਕੇ ਇਹ ਭੁੱਲ ਜਾਂਦੇ ਨੇ ਕਿ ਜਿਸ ਪਿਓ ਨੂੰ ਉਹ ਕਹਿ ਰਹੇ ਨੇ ਕਿ ਤੈਨੂੰ ਕੁਝ ਨਹੀਂ ਪਤਾ, ਉਸ ਪਿਓ ਨੂੰ ਜੇ ਅਸਲ ਵਿੱਚ ਕੁਝ ਪਤਾ ਹੀ ਨਾ ਹੁੰਦਾ ਤਾਂ ਉਹ ਬੱਚਿਆਂ ਨੂੰ ਪੜ੍ਹਾਉਂਦਾ ਹੀ ਕਿਉਂ? ਜੇ ਪਤਾ ਨਾ ਹੁੰਦਾ ਕਿ ਕੰਮ ਕਰਕੇ ਪੈਸੇ ਆਉਂਦੇ ਨੇ ਤਾਂ ਉਹ ਕੰਮ ਕਰਦਾ ਹੀ ਕਿਉਂ? ਜੇ ਪਤਾ ਨਾ ਹੁੰਦਾ ਕਿ ਬੱਚਿਆਂ ਦੇ ਵਿਆਹ ਵੀ ਜ਼ਰੂਰੀ ਨੇ ਤਾਂ ਉਹ ਪੈਸੇ ਕਿਉਂ ਜੋੜਦਾ? ਮਾਂ ਪਿਓ ਨੂੰ ਸਾਡੇ ਉਹ ਰੋਗ ਵੀ ਪਤਾ ਹੁੰਦੇ ਨੇ ਜਿਨ੍ਹਾਂ ਰੋਗਾਂ ਦਾ ਸਾਨੂੰ ਖੁਦ ਨੂੰ ਨਹੀਂ ਪਤਾ ਹੁੰਦਾ। ਕੋਈ ਫਰਕ ਨਹੀਂ ਪੈਂਦਾ ਕਿ ਉਹ ਪੜ੍ਹੇ ਲਿਖੇ ਹੋਣ ਜਾਂ ਅਨਪੜ੍ਹ। ਐਵੇਂ ਨਹੀਂ ਹਰ ਮਾਂ ਪਿਓ ਆਪਣੇ ਬੱਚਿਆਂ ਦੀ ਫਿਕਰ ਕਰਦਾ। ਲੱਖੀ, ਪੋਲੇ ਤੇ ਭੰਗੀ ਦਾ ਸਿਰ ਸ਼ਰਮ ਨਾਲ ਝੁਕ ਗਿਆ। ਉਹ ਆ ਕੇ ਸਾਧੂ ਸਿੰਘ ਦੇ ਪੈਰਾਂ ਵਿੱਚ ਡਿੱਗ ਪਏ। ਸਾਧੂ ਸਿੰਘ ਨੇ ਪੈਰ ਪਿੱਛੇ ਖਿੱਚ ਲਏ। ਲੱਖੀ ਫਿਰ ਰੁਲਦੂ ਦੇ ਪੈਰੀ ਪੈ ਗਿਆ। ਉਸਨੇ ਰੋਂਦੇ ਹੋਏ ਨੇ ਰੁਲਦੂ ਨੂੰ ਕਿਹਾ, ਯਾਰ ਤੂੰ ਉਮਰ 'ਚ ਸਾਥੋਂ ਛੋਟਾ ਆ, ਪਰ ਤੂੰ ਸਾਬਿਤ ਕਰਤਾ ਕਿ ਉਮਰ ਵੱਡੀ ਹੋਣ ਨਾਲ ਕੁਝ ਨਹੀਂ ਹੁੰਦਾ।
ਬੰਦਾ ਅਕਲ ਤੋਂ ਵੱਡਾ ਹੋਣਾ ਚਾਹੀਦਾ। ਮਾਫ਼ ਕਰ ਦੇ ਯਾਰਾ, ਅਸੀਂ ਤੇਰੇ ਤੇ ਪਾਪੇ ਦੇ ਗੁਨਾਹਗਾਰ ਹਾਂ। ਤੂੰ ਅੱਜ ਸਾਡੇ ਦਿਮਾਗਾਂ ਰੁਲਦੂ ਤੇ ਲੱਖੀ ਦੇ ਹੰਝੂਆਂ ਨੇ ਕੋਈ ਅਸਰ ਨਹੀਂ ਕੀਤਾ। ਸ਼ਾਇਦ ਹੁਣ ਰੁਲਦੂ ਨੇ ਸੋਚ ਹੀ ਲਿਆ ਸੀ ਕਿ ਦੁਬਾਰਾ ਹੁਣ ਉਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ। ਉਸਨੇ ਲੱਖੀ ਨੂੰ ਕਿਹਾ, ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਹੁਣ ਮੈਂ ਦੁਬਾਰਾ ਗਲਤੀ ਨਹੀਂ ਕਰਨੀ, ਇਸ ਕਰਕੇ ਮੈਨੂੰ ਮਾਫ਼ ਕਰੋ। ਮੈਂ ਹੁਣ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ। ਮਗਰਮੱਛ ਤੇ ਇਸ ਘਰ 'ਚੋਂ ਦਫਾ ਹੋ ਜਾਓ। ਪੋਲੇ ਨੇ ਸਾਧੂ ਸਿੰਘ ਨੂੰ ਕਿਹਾ, ਪਾਪੇ ਸਾਨੂੰ ਹੁਣ ਅਕਲ ਆ ਗਈ ਹੈ, ਬਸ ਸਾਨੂੰ ਇੱਕ ਮੌਕਾ ਦੇ ਦੇ। ਰੁਲਦੂ ਨੇ ਸਾਧੂ ਸਿੰਘ ਨੂੰ ਕਿਹਾ, ਦੇਖ ਲੈ ਪਾਪੇ, ਇੱਕ ਵਾਰ ਧੋਖਾ ਦੇਣ ਵਾਲੇ ਤੇ ਯਕੀਨ ਕਰਕੇ ਉਸਨੂੰ ਦੂਜਾ ਮੌਕਾ ਨਹੀਂ ਦੇਣਾ ਚਾਹੀਦਾ, ਫਿਰ ਭਾਵੇਂ ਉਸ ਨਾਲ ਖੂਨ ਦਾ ਰਿਸ਼ਤਾ ਹੀ ਕਿਉਂ ਨਾ ਹੋਵੇ। ਸਾਧੂ ਸਿੰਘ ਨੇ ਗੁੱਸੇ ਵਿੱਚ ਕਿਹਾ, ਤੁਸੀਂ ਇੱਥੋਂ ਜਾਂਦੇ ਹੋ ਜਾਂ ਪੁਲਿਸ ਬੁਲਾਵਾਂ? ਆਪਣਾ ਭਾਂਡਾ ਟੀਂਡਾ ਇਕੱਠਾ ਕਰੋ ਤੇ ਇੱਥੋਂ ਨਿਕਲੋ। ਤੁਹਾਡੇ ਕੋਲ ਸਿਰਫ 1 ਘੰਟਾ ਹੈ, ਉਸ ਤੋਂ ਬਾਅਦ ਫਿਰ ਪੁਲਿਸ ਆਊਗੀ, ਸਮਝੇ? ਸਾਧੂ ਸਿੰਘ ਦੇ ਮੂੰਹੋਂ ਪੁਲਿਸ ਦਾ ਨਾਮ ਸੁਣ ਕੇ ਉਹ ਸਾਰੇ ਡਰ ਗਏ ਤੇ ਅੰਦਰ ਜਾ ਕੇ ਆਪਣਾ ਆਪਣਾ ਸਮਾਨ ਪੈਕ ਕਰਨ ਲੱਗ ਪਏ। ਥੋੜੀ ਦੇਰ ਬਾਅਦ ਉਹ ਆਪਣਾ ਸਮਾਨ ਚੁੱਕ ਕੇ ਬਾਹਰ ਆ ਗਏ। ਰੁਲਦੂ ਤੇ ਸਾਧੂ ਸਿੰਘ ਨੇ ਆਪਣੇ ਮੂੰਹ ਪਰਾਂ ਕਮਾ ਲਏ। ਲੱਖੀ ਹੁਰੀ ਹੌਲੀ ਹੌਲੀ ਤੁਰਦੇ ਜਾਂਦੇ ਰੁਲਦੂ ਤੇ ਸਾਧੂ ਸਿੰਘ ਦੇ ਮੂੰਹਾਂ ਵੱਲ ਵੇਖੀ ਜਾ ਰਹੇ ਸਨ। ਉਹਨਾਂ ਸਭ ਦੀਆਂ ਅੱਖਾਂ ਭਿੱਜੀਆਂ ਹੋਈਆਂ ਸਨ। ਲੱਖੋ ਸਾਧੂ ਸਿੰਘ ਕੋਲ ਆਈ ਤੇ ਉਸਦੇ ਪੈਰ ਛੂਹ ਕੇ ਆਪਣੇ ਕੀਤਿਆਂ ਤੇ ਪਛਤਾਵਾ ਪ੍ਰਗਟ ਕਰਨ ਲੱਗ ਪਈ ਤੇ ਮਾਫ਼ੀ ਮੰਗਣ ਲੱਗ ਪਈ। ਸਾਧੂ ਸਿੰਘ ਨੇ ਕਿਹਾ, ਕਾਸ਼ ਤੂੰ ਮੇਰੇ ਕੀਤਿਆਂ ਦੀ ਕਦਰ ਪਹਿਲਾਂ ਪਾਈ ਹੁੰਦੀ ਤਾਂ ਅੱਜ ਇਹ ਦਿਨ ਨਹੀਂ ਦੇਖਣਾ ਪੈਣਾ ਸੀ। ਹੁਣ ਬੰਦ ਕਰ ਆਪਣੇ ਨਾਟਕ ਤੇ ਦੂਰ ਚਲੀ ਜਾ ਮੇਰੀ ਨਜ਼ਰਾਂ ਤੋਂ। ਫਿਰ ਲੱਖੋ ਰੁਲਦੂ ਕੋਲ ਜਾ ਕੇ ਕਹਿਣ ਲੱਗੀ, ਵੇ ਪੁੱਤ, ਮਾਵਾਂ ਨਾਲ ਕੋਈ ਐਦਾਂ ਕਰਦਾ ਹੁੰਦਾ? ਰੁਲਦੂ, ਕਿਹਾ ਜਾਂਦਾ ਹੈ ਕਿ ਪੁੱਤ ਕਪੁੱਤ ਬਣੇ 100 ਵਾਰੀ, ਮਾਂ ਰਹਿੰਦੀ ਮਾਂ ਬਣ ਕੇ, ਪਰ ਮੈਂ ਤਾਂ ਕਦੇ ਕਪੁੱਤ ਬਣਿਆ ਹੀ ਨਹੀਂ ਸੀ। ਬੜਾ ਕੁਝ ਸੋਚਦਾ ਸੀ ਕਿ ਮੈਂ ਵਕੀਲ ਬਣੂੰਗਾ, ਤੈਨੂੰ ਤੇ ਪਾਪੇ ਨੂੰ ਹਰ ਖੁਸ਼ੀ ਹਰ ਸੁੱਖ ਦਊਂਗਾ। ਤੇਰੇ ਬਾਰੇ ਬਹੁਤ ਸੋਚਦਾ ਸੀ ਮੈਂ ਕਿ ਮਾਤਾ ਮੇਰੀ ਝੱਲੀ ਜਿਹੀ ਬਣ ਕੇ ਰਹਿੰਦੀ। ਪਾਪੇ ਨੂੰ ਰਾਜਾ ਤੇ ਤੈਨੂੰ ਇਸ ਘਰ ਦੀ ਰਾਣੀ ਬਣਾਉਣ ਦੀਆਂ ਵਿਉਂਤਾਂ ਮਨ ਵਿੱਚ ਘੜਦਾ ਰਹਿੰਦਾ ਸੀ ਮੈਂ, ਪਰ ਨਾ ਤਾਂ ਮੈਂ ਵਕੀਲ ਬਣ ਸਕਿਆ ਤੇ ਨਾ ਤੂੰ ਮੇਰੀ ਮਾਂ ਬਣ ਸਕੀ। ਤੂੰ ਤਾਂ ਉਸੇ ਦਿਨ ਮੇਰੇ ਦਿਲ ਤੋਂ ਲੈ ਗਈ ਸੀ ਜਦੋਂ ਤੈਨੂੰ ਆਪਣੇ ਖੂਨ ਤੇ ਯਕੀਨ ਹੀ ਨਹੀਂ ਸੀ ਰਿਹਾ। ਫਿਰ ਜਦੋਂ ਪਾਪੇ ਦੇ ਹਾਲਾਤ ਦੇਖੇ, ਫਿਰ ਤੇਰੇ ਨਾਲ ਰਿਸ਼ਤਾ ਵੀ ਖਤਮ ਹੋ ਗਿਆ। ਭਾਵੇਂ ਸਾਰੀ ਦੁਨੀਆ ਪਾਪੇ ਨੂੰ ਛੱਡ ਦਿੰਦੀ, ਪਰ ਜੇ ਤੂੰ ਵੀ ਉਸ ਨਾਲ ਰਹਿੰਦੀ ਤਾਂ ਅੱਜ ਪਾਪੇ ਨੂੰ ਆਪਣੀ ਘਟੀਆ ਔਲਾਦ ਦੇ ਹੱਥਾਂ ਵੱਲ ਨਾ ਦੇਖਣਾ ਪੈਂਦਾ ਤੇ ਮੈਂ ਵੀ ਤੇਰੇ ਨਾਲ ਪਿਛਲੇ ਗਿਲੇ ਸ਼ਿਕਵੇ ਭੁੱਲ ਜਾਣੇ ਸੀ। ਪਰ ਅਫਸੋਸ, ਐਦਾਂ ਦਾ ਕੁਝ ਨਹੀਂ ਹੋਇਆ। ਹੁਣ ਹੱਥ ਬੰਨੇ ਤੇਰੇ ਅੱਗੇ, ਜਿੱਥੇ ਤੇਰੀ ਔਲਾਦ ਜਾਊਗੀ ਤੂੰ ਵੀ ਉੱਥੇ ਹੀ ਚੱਲ। ਮੇਰੀ ਮਾਂ ਤਾਂ ਕਦੇ ਤੂੰ ਬਣੀ ਹੀ ਨਹੀਂ ਸੀ। ਦੇਰ ਨਾਲ ਸਹੀ ਪਰ ਪਤਾ ਲੱਗ ਗਿਆ। ਖੈਰ, ਜੋ ਐਨੇ ਸਾਲ ਪਾਪੇ ਨਾਲ ਰਹਿ ਕੇ ਆਪਣੀ ਆਰਾਮਦਾਰੀ ਲਈ ਉਸ ਨੂੰ ਛੱਡ ਸਕਦੀ ਹੈ, ਉਸ ਲਈ ਔਲਾਦ ਨੂੰ ਛੱਡਣਾ ਕੋਈ ਬਾਹਲੀ ਵੱਡੀ ਗੱਲ ਨਹੀਂ। ਹੁਣ ਮੇਰੇ ਤੋਂ ਕੋਈ ਉਮੀਦ ਨਾ ਰੱਖ। ਲੱਖੋ ਤੇ ਲੱਖੀ ਹੁਰੀ ਰੋਂਦੇ ਰੋਂਦੇ ਘਰ ਤੋਂ ਕਿਤੇ ਦੂਰ ਚਲੇ ਗਏ। ਘਰ ਸੁੰਨਾ ਸੁੰਨਾ ਦੇਖ ਕੇ ਸਾਧੂ ਸਿੰਘ ਦਾ ਦਿਲ ਬੇਸ਼ੱਕ ਨਹੀਂ ਲੱਗ ਰਿਹਾ ਸੀ, ਪਰ ਉਸਨੂੰ ਹੁਣ ਰੁਲਦੂ ਦਾ ਸਹਾਰਾ ਸੀ ਜੋ ਕਿ ਲੱਖੀ ਹੁਰਾਂ ਤੋਂ ਨਾ ਮਿਲ ਸਕਿਆ। ਫਿਰ ਰੁਲਦੂ ਨੇ ਸਾਧੂ ਸਿੰਘ ਤੇ ਆਪਣੇ ਲਈ ਰੋਟੀ ਬਣਾਈ ਤੇ ਦੋਵਾਂ ਨੇ ਮੰਜੇ ਤੇ ਬਹਿ ਕੇ ਖਾਈ। ਇਸੇ ਤਰ੍ਹਾਂ ਰੋਜ਼ ਰੁਲਦੂ ਸਾਧੂ ਸਿੰਘ ਨੂੰ ਕਮਾ ਕੇ ਤੇ ਪਕਾ ਕੇ ਖਵਾਉਂਦਾ ਰਿਹਾ। ਫਿਰ ਇੱਕ ਦਿਨ ਸਾਧੂ ਸਿੰਘ ਨੇ ਇੱਕ ਚੰਗੇ ਘਰ ਦੀ ਕੁੜੀ ਦੇਖ ਕੇ ਰੁਲਦੂ ਦਾ ਉਸ ਨਾਲ ਵਿਆਹ ਕਰਵਾ ਦਿੱਤਾ, ਪਰ ਰੁਲਦੂ ਵਿਆਹ ਕਰਾ ਕੇ ਬਦਲਿਆ ਨਹੀਂ ਸੀ। ਰੁਲਦੂ ਵਿਆਹ ਤੋਂ ਬਾਅਦ ਵੀ ਸਾਧੂ ਸਿੰਘ ਪ੍ਰਤੀ ਆਪਣੇ ਸਾਰੇ ਫਰਜ਼ ਨਿਭਾ ਰਿਹਾ ਸੀ। ਉਸਨੇ ਆਪਣੀ ਘਰਵਾਲੀ ਨੂੰ ਵੀ ਪਹਿਲੇ ਦਿਨ ਹੀ ਕਹਿ ਦਿੱਤਾ ਸੀ ਕਿ ਜਿਸ ਦਿਨ ਪਾਪੇ ਨੂੰ ਤੇਰੀ ਵਜ੍ਹਾ ਨਾਲ ਕੋਈ ਦਿੱਕਤ ਹੋਈ ਤਾਂ ਮੇਰੇ ਤੋਂ ਕੋਈ ਚੰਗੀ ਆਸ ਨਾ ਰੱਖੀ, ਕਿਉਂਕਿ ਜਦ ਮੈਂ ਪਾਪੇ ਲਈ ਆਪਣੀ ਸਖੀ ਮਾਂ ਤੇ ਸਖੇ ਭੈਣ ਭਰਾਵਾਂ ਨੂੰ ਛੱਡ ਸਕਦਾ ਤਾਂ ਮੇਰੇ ਲਈ ਕਿਸੇ ਨੂੰ ਵੀ ਛੱਡਣਾ ਕੋਈ ਬਹੁਤੀ ਵੱਡੀ ਗੱਲ ਨਹੀਂ। ਰੁਲਦੂ ਦੀ ਘਰਵਾਲੀ ਸਮਝਦਾਰ ਤੇ ਸਿਆਣੀ ਸੀ। ਉਸਨੇ ਰੁਲਦੂ ਤੇ ਸਾਧੂ ਸਿੰਘ ਨੂੰ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ। ਉਸਨੇ ਆਪਣੀ ਸਮਝਦਾਰੀ ਤੇ ਚੰਗੇ ਸੁਭਾਅ ਨਾਲ ਘਰ ਨੂੰ ਜੋੜ ਕੇ ਰੱਖਿਆ। ਸਾਧੂ ਸਿੰਘ ਆਪਣੀ ਰਹਿੰਦੀ ਜ਼ਿੰਦਗੀ ਸਕੂਨ ਨਾਲ ਜੀ ਕੇ ਗਿਆ। ਉਸ ਤੋਂ ਬਾਅਦ ਵੀ ਕਦੇ ਐਸਾ ਮੌਕਾ ਨਹੀਂ ਆਇਆ ਜਦੋਂ ਰੁਲਦੂ ਤੇ ਉਸਦੀ ਘਰਵਾਲੀ ਦੀ ਲੜਾਈ ਹੋਈ ਹੋਵੇ। ਉਹ ਖੁਸ਼ੀ-ਖੁਸ਼ੀ ਜ਼ਿੰਦਗੀ ਬਤੀਤ ਕਰਨ ਲੱਗ ਪਏ। ਜਿਸ ਰਾਹੀਂ ਦਿਸਦੇ ਹੁਣ ਕੰਡੇ ਉਸ ਰਾਹ ਨਹੀਂ ਜਾਈਦਾ। ਇੱਕ ਵਾਰੀ ਧੋਖਾ ਦੇਣ ਵਾਲੇ ਦਾ ਵਸਾ ਨਹੀਂ ਖਾਈਦਾ। ਲੱਖ ਹੋ ਜਾਂਦੀਆਂ ਛੋਟੀਆਂ ਮੋਟੀਆਂ ਗੱਲਾਂ ਹਰ ਘਰ ਵਿੱਚ
ਪਰ ਮੇਜਰਾ ਕੋਠਿਆਂ ਉੱਤੇ ਚੜ੍ਹ ਕੇ ਗਾ ਨਹੀਂ ਪਾਈਦਾ। ਧੰਨਵਾਦ ਜੀ। ਜੇਕਰ ਕਹਾਣੀ ਵਧੀਆ ਲੱਗੀ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਕਰਨਾ।